ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ ਪਰਬਾਤੀ। ਮਹੱਲਾ ਪਹਿਲਾ। ਜਾਂ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ। ਸਤਿਗੁਰ ਮਿਲੈ ਨਿਰੰਜਨ ਪਾਇਆ। ਤੇਰੇ ਨਾਮ ਹੈ ਨਿਵਾਸਾ। ਓਦੋ ਸਹਜੇ ਤਤ ਵਿਚਾਰ। ਜਾਤੇ ਫਿਰ ਨਾ ਆਵੋ ਸੰਸਾਰ। ਰਹਾਉ ਜਾਂ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੁਚ ਮਾਲਾ। ਸ਼ਿਵ ਜੋਤ ਕੰਨੋ ਬੁੱਧ ਪਾਈ। ਸਤਿਗੁਰੂ ਰਖਵਾਲਾ। ਜਾਂ ਕੈ ਭਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ। ਗਤ ਅਵਗਤ ਕੀ ਚਿੰਤ ਨਾਹੀ। ਸਤਿਗੁਰੂ ਫੁਰਮਾਈ। ਜਾਂ ਕੈ ਆਸ ਨਾਹੀ ਨਿਰਾਸ ਨਾਹੀ। ਚਿਤ ਸੁਰਤ ਸਮਝਾਈ। ਤੰਤ ਕੋ
परम तंत मिलिया नानक बुध पाई जाके आस नाही निराश नाही चित सूरत समझाई तंत को परम तंत मिलिया नानक बुध बाई। वाहिगुरु जी का खालसा वाहिगुरु जी की फतेह। ये पावन शब्द जो प्रभाती राग अंदर 1328 अंग ते दर्ज है, इस शब्द की विचार भाई सुखविंदर सिंह जी आनंदपुरी आप जी नूं सरवण करवाउणगे। एक दिन का उन्हां दा समा है। संगत वालों प्रबंधक सेवादारां वालों भाई साहब जी का धन्यवाद। अमृत संचार हर ऐतवार हुंदा है। 11 बजे का समा है। 9 बजे तक केसी इशनान करके पहुँचो। जिन्हां परिवारां ने दसवंध भेटा किया है, सतगुरु सेवकां दीआं किरत कमाईआं विच बरकतां पाउण, दसवंध विच वाधे बख्शण। अज एक ही परिवार ने कड़ा प्रसाद की देग वास्ते बहुत सेवा की है। सच्चे पातशाह सेवकां दीआं किरत कमाईआं विच बरकतां पाउण। आपां सारे दसवंध कढ़िया करिए। ये गुरु नानक देव पिता महाराज दे घर दी सब तो सुंदर जुगत है कि जे आपां चाहुंदे आ कि फजूल खर्चे, फजूल झगड़े साड़ी जिंदगी विच, फजूल बीमारियां साड़ी जीवन विच ना आउण, तां अपनी जो टोटल नैट इनकम है उहदा दसवंध कढ़ के गरीबां दी दवाई वास्ते, रोटी वास्ते, पढ़ाई वास्ते, कपड़ियां वास्ते, धर्म दे प्रचार वास्ते, गुरु अस्थानां दी सेवा संभाल वास्ते सानू खर्च करना चाहिए। गुरुद्वारा बंगला साहब जी की ऐप तैयार हो चुकी है। ये जरूर अपने फोन विच डाउनलोड करो। आप जी 18 तो 20 घंटे ऑडियो वीडियो राही गुरबाणी का आनंद मान सकते हो। सवेर शाम की गुरबाणी की इतिहास की कथा भी आप जी नूं 24 घंटे अवेलेबल रहेगी। जदों मर्जी समा होवे समा कढ़ के आप जी सुन सकते हो। गुरु 9वें पातशाह गुरु तेग बहादुर साहब महाराज जी के पवित्र अस्थान गुरुद्वारा सीसगंज साहब दीआं सेवावां चल रही ने। गुरुद्वारा साहब नूं सुंदर बनाया जा रहा है। लंगर हाल, किचन, अजायब घर, उत्थे 2 दर्शनी ड्योढ़ियां बनाईयां जा रही हैं। सो इस सेवा दे विच जिन्हां परिवारां ने अपना हिस्सा पाउणा होवे वो दिल्ली कमेटी नाल संपर्क कर सकते हैं। अगले समय लिए गुरबाणी विचार सरवण करिए जी। वाहिगुरु जी का खालसा वाहिगुरु जी की फतेह। वाहिगुरु साहिब जीओ। एक ओंकार सतनाम
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋਂ, ਤੂੰ ਠਾਕੁਰ ਊਚ ਭਗਵਾਨਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਹਮਾਰੇ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ, ਪਾਵਨ ਪਵਿੱਤਰ ਅਸਥਾਨ ਬਾਲਾ ਪ੍ਰੀਤਮ ਅਸ਼ਟਮ ਬਲਵੀਰਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਪਰਮ ਸਨਮਾਨਯੋਗ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਅਪਾਰ ਕਿਰਪਾ ਹੋਈ ਹੈ। ਦਾਸਰੇ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਅਸਥਾਨ ਦੇ ਹਜੂਰੀ ਰਾਗੀ ਜਥੇ ਪਾਸੋਂ ਆਪ ਜੀਆਂ ਨੇ ਆਸਾ ਕੀ ਵਾਰ ਦੇ ਕੀਰਤਨ ਬੜੇ ਪਿਆਰ ਨਾਲ ਸਰਵਣ ਕੀਤੇ ਹਨ। ਉਪਰੰਤ ਇਸ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ, ਜਿਸ ਅਧੀਨ ਆਪ ਜੀਆਂ ਨੇ ਪ੍ਰਭਾਤੀ ਰਾਗ ਦਾ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ, ਇਸ ਪਾਵਨ ਪਵਿੱਤਰ ਅਸਥਾਨ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਪਾਸੋਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ ਹੈ। ਆਓ ਕੁਝ ਕੁ ਸਮੇਂ ਇਕਾਗਰ ਚਿੱਤ ਹੋ ਕਰਕੇ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ। ਆਰੰਭਤਾ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸਰਵੰਸਦਾਨੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਆਰਾ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ
ਜਦੋਂ ਇਹ ਸੰਸਾਰ ਦੇ ਵਿੱਚ ਆਇਆ, ਇਸ ਦੇ ਸਾਹਮਣੇ ਦੋ ਰਸਤੇ ਹਨ। ਇੱਕ ਰਸਤੇ ਉੱਤੇ ਬੜੀ ਚਹਿਲ ਪਹਿਲ ਹੈ, ਇੱਕ ਰਸਤੇ ਉੱਤੇ ਬੜੀ ਸ਼ਾਂਤੀ ਹੈ। ਇੱਕ ਰਸਤੇ ਉੱਤੇ ਬੜਾ ਕੁਝ ਦਿਖਾਵੇ ਦੇ ਰੂਪ ਵਿੱਚ ਹੋ ਰਿਹਾ ਹੈ, ਪਰ ਇੱਕ ਰਸਤੇ ਉੱਤੇ ਬੜੀ ਇਕਾਗਰਤਾ ਹੈ। ਇਸ ਦੇ ਮਨ ਦੇ ਅੰਦਰ ਇੱਕ ਦੁਬਿਧਾ ਪੈਦਾ ਹੋਈ, ਇੱਕ ਭਰਮ ਪੈਦਾ ਹੋਇਆ, ਕਿਉਂਕਿ ਜਿਹੜਾ ਇੱਕ ਰਾਹ ਐਸਾ ਹੈ ਜਿਸ ਰਾਹ ਤੇ ਭੀੜ ਬਹੁਤੀ ਹੈ, ਪਰ ਇੱਕ ਰਾਹ ਇਹੋ ਜਿਹਾ ਜਿਸ ਉੱਤੇ ਭੀੜ ਵਿਰਲੇ ਹਨ। ਦੁਬਿਧਾ ਪੈਦਾ ਹੋਈ ਕਿ ਮੈਂ ਕਿਹੜੇ ਰਾਹ ਤੇ ਤੁਰਾਂ। ਉਸ ਵੇਲੇ ਇੱਕ ਸਿਆਣੇ ਪੁਰਖ ਨੇ ਆ ਕੇ ਸਮਝਾਉਣਾ ਕੀਤਾ, ਸੱਜਣਾ ਵੇਖ ਰਾਹ ਦੋ ਨੇ। ਇੱਕ ਰਾਹ ਉੱਤੇ ਭਾਵੇਂ ਭੀੜ ਅਧਿਕ ਹੈ, ਭਾਵੇਂ ਚਹਿਲ ਪਹਿਲ ਬੜੀ ਹੈ, ਪਰ ਇਸ ਰਾਹ ਤੇ ਤੁਰੇਗਾ ਤੇ ਮੰਜ਼ਲ ਨਹੀਂ ਹੈ। ਪਰ ਇੱਕ ਰਾਹ ਇਹੋ ਜਿਹਾ ਜਿਹਦੇ ਉੱਤੇ ਹੈਨ ਵਿਰਲੇ, ਬੜੀ ਇਕਾਗਰਤਾ ਹੈ, ਬੜੀ ਸ਼ਾਂਤੀ ਹੈ, ਪਰ ਇਸ ਰਾਹ ਤੇ ਤੁਰੇਗਾ ਇੱਕ ਦਿਨ ਮੰਜ਼ਲ ਤੇ ਪਹੁੰਚ ਜਾਏ। ਕਿਉਂਕਿ ਹੇ ਮਨੁੱਖ, ਤੈਨੂੰ ਇਹ ਜੀਵਨ ਮਿਲਿਆ ਹੀ ਮੰਜ਼ਲ ਤੇ ਪਹੁੰਚਣ ਲਈ। ਉਸ ਪੁਰਖ ਨੇ ਬੜੇ ਪਿਆਰ ਨਾਲ ਇਹ ਪੰਗਤੀਆਂ ਸਮਝਾਉਣਾ ਕੀਤੀਆਂ, ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੈਨੂੰ ਇੱਕ ਮੌਕਾ ਮਿਲਿਆ, ਜੇ ਤੂੰ ਚੱਲ ਪਿਆ ਤੇ ਮੰਜ਼ਿਲ ਤੇ ਪਹੁੰਚ ਜਾਏਗਾ। ਉਹ ਪੁਰਖ ਦੀਆਂ ਗੱਲਾਂ ਬੜੀਆਂ ਸੋਹਣੀਆਂ ਲੱਗੀਆਂ ਤੇ ਉਹ ਮਨੁੱਖ ਉਸ ਕੋਲ ਬੈਠ ਕੇ ਹੋਰ ਜੀਵਨ ਦੀਆਂ ਜੁਗਤਾਂ ਨੂੰ, ਚੰਗੇ ਗੁਣਾਂ ਨੂੰ, ਚੰਗੀਆਂ ਗੱਲਾਂ ਨੂੰ ਪੁੱਛਣ ਦੇ ਲਈ ਬੈਠ ਗਿਆ। ਉਹ ਪੁਰਖ ਕੋਈ ਹੋਰ ਨਹੀਂ ਸੀ, ਉਹ ਪੁਰਖ ਸੱਚਾ ਗੁਰੂ ਹੈ, ਜਿਹੜਾ ਅਗਿਆਨਤਾ ਦੇ ਅੰਧੇਰੇ ਨੂੰ ਮਿਟਾ ਕੇ ਗਿਆਨ ਦਾ ਚਾਨਣ ਕਰ ਰਿਹਾ ਸੀ। ਕਿਉਂਕਿ ਗੁਰੂ ਦਾ ਅਰਥ ਹੀ ਅਸਲ ਵਿੱਚ ਇਹ ਹੈ, ਗੂ ਦਾ ਅਰਥ ਹੁੰਦਾ ਹੈ ਅੰਧੇਰਾ ਤੇ ਰੂਹ ਦਾ ਅਰਥ ਹੁੰਦਾ ਹੈ ਪ੍ਰਕਾਸ਼। ਜਿਹੜਾ ਅੰਧਕਾਰ ਦੇ ਵਿੱਚ ਪਏ ਹੋਏ ਜੀਵਨ ਨੂੰ ਗਿਆਨ ਦਾ ਚਾਨਣ ਦੇ ਦੇ, ਉਹ ਸੱਚਾ ਗੁਰੂ ਹੈ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਬੈਠ ਅਸੀਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਗੁਰਦੇਵ ਜੀ ਨੇ ਸੱਚੇ ਗੁਰੂ ਦੀ ਪਰਿਭਾਸ਼ਾ ਵੀ ਦਿੱਤੀ। ਕਿਹਾ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਜਿਹਨੇ ਆਪ ਸਤ ਪਰਮਾਤਮਾ ਨੂੰ ਜਾਣਿਆ, ਉਹ ਫਿਰ ਸਾਨੂੰ ਵੀ ਸਤ ਨਾਲ ਜੋੜ ਕੇ ਮੰਜ਼ਿਲ ਤੇ ਪਹੁੰਚਾ ਸਕਦਾ, ਉਹ ਹੈ ਪੂਰਾ ਗੁਰੂ। ਇਸੇ ਪਾਵਨ ਬਾਣੀ ਵਿੱਚ ਹੀ ਬਚਨ ਸਨ ਕਿ ਪੂਰਾ ਗੁਰੂ ਕਰਦਾ ਕੀ ਹੈ, ਤੇ ਗੁਰਦੇਵ ਜੀ ਨੇ ਸ਼ਲੋਕ ਬਖਸ਼ਿਆ, ਕਿਹਾ ਗਿਆਨ ਅੰਜਨ ਗੁਰ ਦੀਆ। ਅੰਜਨ ਦਾ ਅਰਥ ਹੁੰਦਾ ਸੁਰਮਾ। ਸੁਰਮਾ ਦੋ ਕਾਰਜ ਕਰਦਾ। ਸੁਰਮਾ ਅੱਖ ਦੇ ਵਿੱਚ, ਨੇਤਰਾਂ ਵਿੱਚ ਪੈ ਜਾਏ ਤੇ ਇੱਕ ਤਾਂ ਅੱਖਾਂ ਨੇਤਰਾਂ ਦੀ ਸੁੰਦਰਤਾ ਨੂੰ ਵਧਾ ਦਿੰਦਾ, ਤੇ ਦੂਜਾ ਸਿਆਣੇ ਮੰਨਦੇ ਸੀ ਕਿ ਇਹ ਜਿਹੜੀ ਨਿਗਾਹ ਹੈ ਉਸ ਨੂੰ ਵੀ ਵਧਾਉਣ ਦਾ ਕਾਰਜ ਕਰਦਾ ਹੈ। ਗੁਰੂ ਦੇ ਗਿਆਨ ਦਾ ਸੁਰਮਾ ਜਿਨ੍ਹਾਂ ਦੇ ਮਨ ਰੂਪੀ ਨੇਤਰਾਂ ਦੇ ਵਿੱਚ ਪਿਆ, ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਜਿਹੜਾ ਸੀ ਉਹ ਮਿਟ ਗਿਆ। ਉਹ ਗਿਆਨ ਦੇ ਵਿੱਚ ਪੂਰੀ ਤਰ੍ਹਾਂ ਸੁੰਦਰਤਾ ਦੇ ਵਿੱਚ ਭਰਪੂਰ ਹੋ ਗਏ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਅੰਦਰ ਪ੍ਰਕਾਸ਼ ਹੋ ਗਿਆ, ਅੰਦਰ ਸੋਝੀ ਆ ਗਈ। ਸਾਧ ਸੰਗਤ, ਜਦੋਂ 11 ਭੱਟ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਏ, ਉਹਨਾਂ 11 ਭੱਟਾਂ ਨੇ ਜਦੋਂ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨੂੰ ਤੱਕਿਆ, ਉਸ ਵੇਲੇ
ਉਹਨਾਂ ਦੀ ਰਸਨਾ ਦੇ ਬੋਲ ਸਨ, ਬੜੇ ਪਿਆਰੇ ਨੇ। ਕੱਚੋ ਕੰਚਨ ਭਇਓ, ਭਾਵ ਕਿ ਗੁਰੂ ਨਾਲ ਜੁੜੇ ਆ। ਜਿਹੜਾ ਜੀਵਨ ਕਦੇ ਕੱਚ ਦੀ ਤਰ੍ਹਾਂ ਕੱਚਾ ਸੀ ਨਾ, ਜਿਸ ਕੱਚ ਦੀ ਕੋਈ ਕੀਮਤ ਨਹੀਂ ਜੇ ਟੁੱਟ ਜਾਵੇ, ਪਰ ਅੱਜ ਉਹੀ ਕੱਚ ਵਰਗਾ ਜੀਵਨ ਕੰਚਨ ਵਰਗਾ ਹੋ ਗਿਆ। ਗੁਰੂ ਦੇ ਮਿਲਾਪ ਨੇ ਉਹਨੂੰ ਕੀਮਤੀ ਬਣਾ ਦਿੱਤਾ। ਪਰ ਕਦੋਂ ਸ਼ਬਦ ਗੁਰ ਸਰਵਣੇ ਸੁਣਿਓ, ਜਦੋਂ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਕੰਨਾਂ ਦੇ ਰਾਹੀਂ, ਆਪਣੇ ਸਰਵਣਾਂ ਦੇ ਰਾਹੀਂ ਸੁਣਨਾ ਕੀਤਾ, ਜਦੋਂ ਸ਼ਬਦ ਸੁਰਤ ਵਿੱਚ ਗਿਆ ਤੇ ਮੇਰਾ ਜੀਵਨ ਕੱਚ ਤੋਂ ਕੰਚਨ ਹੋ ਗਿਆ। ਬਿਖ ਤੇ ਅੰਮ੍ਰਿਤ ਹੋਇਓ, ਮੇਰਾ ਜੀਵਨ ਵਿਕਾਰਾਂ ਦੀ ਜ਼ਹਿਰ ਨਾਲ ਭਰਿਆ ਸੀ, ਪਰ ਜਦੋਂ ਗੁਰੂ ਨੇ ਆਪਣਾ ਗਿਆਨ ਦਾ ਚਾਨਣ ਕੀਤਾ, ਇਹੀ ਵਿਕਾਰਾਂ ਦੀ ਜ਼ਹਿਰ ਅੰਦਰੋਂ ਨਿਕਲ ਗਈ ਤੇ ਜੀਵਨ ਅੰਮ੍ਰਿਤ ਵਰਗਾ ਹੋ ਗਿਆ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਜਦੋਂ ਮੈਂ ਗੁਰੂ ਕੋਲ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਮੁਖ ਤੋਂ ਭਣਿਆ ਤੇ ਮੇਰਾ ਜੀਵਨ ਜਿਹੜਾ ਸੀ ਉਹ ਸੱਚ ਦੇ ਰਾਹ ਦਾ ਪਾਂਧੀ ਬਣ ਗਿਆ। ਲੋਹਿਓ ਹੋਇਓ ਲਾਲ, ਲੋਹਿਓ ਕਹਿੰਦੇ ਨੇ ਲੋਹੇ ਨੂੰ, ਲੋਹੇ ਦੀ ਆਪਣੀ ਕੀਮਤ ਹੈ, ਪਰ ਸਾਧ ਸੰਗਤ ਜਿਹੜਾ ਲਾਲ ਹੈ ਜੀ, ਉਹ ਅਮੋਲਕ ਹੈ, ਉਹਦੀ ਕੀਮਤ ਹੈ। ਸਤਿਗੁਰੂ ਕਹਿੰਦੇ ਨੇ ਉਹ ਬੇਸ਼ਕੀਮਤੀ ਬਣ ਗਿਆ। ਜਿਹੜਾ ਜੀਵਨ ਕਦੇ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਸੀ, ਜਿਹੜਾ ਜੀਵਨ ਕਦੇ ਔਗਣਾਂ ਦੇ ਨਾਲ ਭਰਿਆ ਸੀ, ਜਿਹੜਾ ਜੀਵਨ ਕਦੇ ਵਿਕਾਰਾਂ ਦੀ ਕੜਕ ਵਿੱਚ ਸੀ, ਅੱਜ ਉਹ ਬਿਲਕੁਲ ਅੰਦਰੋਂ ਸ਼ਾਂਤ ਹੋ ਕੇ ਲਾਲ ਦੀ ਤਰ੍ਹਾਂ ਬੇਸ਼ਕੀਮਤੀ ਬਣ ਗਿਆ। ਪਰ ਕਦੋਂ ਜੀ? ਗਿਆਨ ਗੁਰ ਕਹੈ ਵਿਚਾਰਿਓ। ਜਦੋਂ ਗੁਰੂ ਦੇ ਗਿਆਨ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਸੋਝੀ ਨੂੰ ਜੀਵਨ ਵਿੱਚ ਲੈ ਆਂਦਾ ਤੇ ਜੀਵਨ ਬਿਲਕੁਲ ਪਲਟ ਗਿਆ। ਹੁਣ ਸਾਧ ਸੰਗਤ, ਇਹ ਹੈ ਗੁਰੂ ਦੇ ਮਿਲਾਪ ਦੀ ਗੱਲ। ਜਦੋਂ ਅਸੀਂ ਆਸਾ ਕੀ ਵਾਰ ਦੀ ਪਾਵਨ ਪਵਿੱਤਰ ਬਾਣੀ ਆਰੰਭ ਕਰਦੇ ਹਾਂ, 2 ਸ਼ਲੋਕ ਨੇ ਆਰੰਭਤਾ ਦੇ ਵਿੱਚ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ, ਤੇ ਦੂਜਾ ਸ਼ਲੋਕ ਹੈ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦਾ। ਪਹਿਲਾ ਸ਼ਲੋਕ ਇਹ ਦਰਸਾਉਂਦਾ ਹੈ ਕਿ ਗੁਰੂ ਦੇ ਮਿਲਾਪ ਨੇ ਜੀਵਨ ਵਿੱਚ ਕੀ ਤਬਦੀਲੀ ਲਿਆਂਦੀ। ਸਤਿਗੁਰੂ ਕਹਿੰਦੇ ਨੇ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਇੱਥੇ ਵਾਰ ਦਾ ਅਰਥ ਹੁੰਦਾ ਦੇਰੀ। ਗੁਰੂ ਕੋਲ ਆਏਗਾ ਗੁਰਸਿੱਖਾ, ਗੁਰੂ ਤੈਨੂੰ ਦੇਰ ਨਹੀਂ ਲਾਏਗਾ ਇੱਕ ਆਮ ਮਨੁੱਖ ਤੋਂ ਗਿਆਨ ਦਾ ਚਾਨਣ ਕਰਕੇ ਦੇਵਤਾ ਬਣਾਉਣ ਵਿੱਚ। ਪਰ ਜਿਹੜੇ ਗੁਰੂ ਨਾਲ ਨਹੀਂ ਜੁੜੇ, ਸਤਿਗੁਰੂ ਕਹਿੰਦੇ ਜੇ 100 ਚੰਦਾ ਉਗਵੇ ਸੂਰਜ ਚੜੇ 1000, ਇਤੈ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਭਾਵੇਂ ਬਾਹਰੀ ਗਿਆਨ ਦੇ ਉਹ ਮੁਜੱਸਮੇ ਬਣ ਜਾਣ, ਬਾਹਰੀ ਤੌਰ ਤੇ ਜਿਤਨਾ ਮਰਜੀ ਗਿਆਨ ਜੀਵਨ ਵਿੱਚ ਆ ਜਾਏ, ਪਰ ਜੇ ਗੁਰੂ ਦਾ ਆਤਮਿਕ ਗਿਆਨ ਨਹੀਂ ਹੈ ਤੇ ਸਤਿਗੁਰੂ ਕਹਿੰਦੇ ਨੇ ਅੰਦਰੋਂ ਅੰਧਕਾਰ ਵਿੱਚ ਜੀ ਰਹੇ। ਮਾਫ ਕਰਨਾ, ਅੱਜ ਸੰਸਾਰ ਵਿੱਚ ਨਾ ਜਿੰਨਾ ਜੀਵ ਨੇ ਬਾਹਰੀ ਗਿਆਨ ਪ੍ਰਾਪਤ ਕੀਤਾ, ਉਹਨਾਂ ਬਾਣੀ ਦੇ ਵਿੱਚੋਂ ਆਤਮਿਕ ਗਿਆਨ ਪ੍ਰਾਪਤ ਨਹੀਂ ਕੀਤਾ। ਜੇ ਕਿਤੇ ਉਹ ਗਿਆਨ ਜੀਵਨ ਦਾ ਸ਼ਿੰਗਾਰ ਬਣ ਜਾਂਦਾ ਆਤਮਿਕ ਤੌਰ ਤੇ ਸਾਧ ਸੰਗਤ ਸਾਡੇ ਅੰਦਰ ਉਹ ਚੰਗੇ ਗੁਣਾਂ ਦਾ ਪ੍ਰਕਾਸ਼ ਹੁੰਦਾ। ਸਾਧ ਸੰਗਤ ਇਹ ਹੈ ਗੁਰੂ ਦੇ ਮਿਲਾਪ ਦੀ ਗੱਲ। ਗੁਰੂ ਜੀਵਨ ਨੂੰ ਤਬਦੀਲ ਕਰਦਾ ਹੈ, ਗੁਰੂ ਜੀਵਨ ਨੂੰ ਉਹ ਰਾਹ ਦੱਸਦਾ ਜਿਸ ਰਾਹ ਤੇ ਤੁਰਿਆ ਪਰਮ ਆਨੰਦ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ। ਦਾਸ ਵਿਚਾਰ ਕਰ ਰਿਹਾ ਸੀ ਇੱਕ ਅਸਥਾਨ ਤੇ, ਬੜੀ ਪਿਆਰੀ ਵਿਚਾਰ ਉੱਥੋਂ ਸੋਝੀ ਵਿੱਚ ਆਈ। ਸ਼ਾਮ ਦਾ ਵੇਲਾ ਹੁੰਦਾ, ਗੁਰੂ ਕਾ ਸਿੱਖ ਚੌਂਕੜਾ ਮਾਰ ਕੇ ਰਹਿ ਰਾਸ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਕਰਦਾ ਹੈ ਜਾਂ ਗੁਰੂ ਘਰ ਵਿੱਚ ਆ ਕੇ ਸਰਵਣ ਕਰਦਾ ਹੈ। ਸਾਧ ਸੰਗਤ, ਰਹਿ ਰਾਸ ਦਾ ਅਰਥ ਹੁੰਦਾ ਹੈ ਰਾਹ ਦੀ ਰਾਸ ਪੂੰਜੀ। ਸੱਚਾ ਗੁਰੂ ਸਾਨੂੰ ਉਹ ਰਾਹ ਦੀ ਰਾਸ ਪੂੰਜੀ ਸਮਝਾਉਂਦਾ ਹੈ ਕਿ ਪੁੱਤਰ ਜੇ ਮੰਜ਼ਿਲ ਤੇ ਪਹੁੰਚਣੇ ਤੈਨੂੰ ਕਿਹੜੀਆਂ ਕਿਹੜੀਆਂ ਗੱਲਾਂ ਇਸ ਰਾਹ ਦੇ ਵਿੱਚ ਜਾਣਨੀਆਂ ਬੜੀਆਂ ਜ਼ਰੂਰੀ ਹਨ। ਸਤਿਗੁਰੂ ਨੇ ਪਹਿਲੀ ਗੱਲ ਸਮਝਾਈ, ਜਦੋਂ ਕਿਸੇ ਮੰਜ਼ਿਲ ਤੇ ਜਾਣਾ ਹੋਵੇ ਨਾ,
उस थां दा टिकाणे दा पता जरूर होना चाहिए। मैं जाना कित्थे है। सतगुरु ने किरपा कीती 100 दर दा सरलेख दे के गल उस दर घर दी समझाई जिथे बैठ के वो सबना नूं संभाल रहा सी। 100 दर तेरा कहा सो घर कहा जित बह सर्ब संभाले। सतगुरु नूं पुछिए सच्चे पातशाह, जेड़े दर घर पहुँच गए, दर घर विच पहुँच के मिलना किस नूं है? गुरु ने रह रास दी बाणी विच दूजा सरलेख दिता होया 100 पुरख दा। मिलना है उस पुरख नूं जेड़ा निरंजन है, जेड़ा अगम है, जिस वर्गा होर कोई दूजा नहीं। सो पुरख निरंजन, हर पुरख निरंजन, हर अगमा अगम अपारा। उस परमात्मा नूं जाके मिलना। हुण तीजी बात रह रास नहीं समझाई, कहा सज्जणा मिल भी गए पर मिल के जिहड़ी बेनती करनी है, अरदास करनी है, वो भी तैनूं आउंदी होवे। देखो रह रास दे विच तीजी गल सी, जदों गुरु ने बचन आखे कविओ बाच बेनती चौपाई। हुण 4-4 पदियां विच गुरु साध संगत कलगीधर पातशाह सानू समझाउंदे ने कि बेनती किहड़ी करनी। हमरी करो हाथ दे रच्छा, पूर्ण होए चित की इच्छा, तब चरणन मन रहे हमारा, अपना जान करो प्रतिपार। हुण जिहदे जीवन दे अंदर 3 चीज़ां आ गई। 100 दर 100 घर की गल पता चल गई, 100 पुरख की गल सोझी विच आई, ते अरदास बेनती की करनी है सोझी आ गई। ते सतगुरु कहंदे ने उहदे जीवन विच सदा लई आनंद बन गए। ਉਹ आनंद इहो जिहा जिस आनंद की गल धन गुरु अमरदास पातशाह कहते ने, आनंद सणो वडभागीओ सगल मनोरथ पूरे, पार ब्रह्म प्रभ पाया उतरे सगल बसूरे। पर यह सारा कुछ कित्थों वापरिया? ये सारा कुछ गुरबाणी नाल जुड़ के, सच्चे गुरु नाल जुड़ के जीवन नूं सेध मिली। क्योंकि गुरु जिहड़ा है ना, वो सारी तरह की भटकणा नूं मुका देंदा है, सारी तरह के दिखावे दे कर्म धर्म चों कढ के गुरु सच दे राह दा पांधी बनाउंदा है। इसे लिए अज दा जो पावन पवित्र शब्द है, धन गुरु नानक दे पातशाह ने इस शब्द विच भी सानू आखिया भी जदों गुरु दा मिलाप होया ना, ते एक मनुख जेड़ा कदे औगणां दे नाल भरिया सी, विकारां दे नाल भरिया सी, गुरु दे मिलाप दे नाल उहदे अंदर एक निर्मलता ही आ गई। उहनूं सोझी आ गई भी एक नाम नाल जुड़ के, एक प्रभु नाल जुड़ के ही संसार सागर तो तरिया जा सकदा। कोई दिखावे दे काम करन दी लोड़ नहीं। सतगुरु गुरु नानक दे पातशाह अज दे पावन पवित्र शब्द दे राहीं ये उपदेश देंदे ने, जाकै रूप नाही, जात नाही, नाही मुख मासा। जेड़े मनुखां दे जीवन विच ना ही कोई रूप है, भाव ना ही गुणां दा समेल है, ना ही साध संगत ऊंची जीवन वाले ने। क्योंकि जात दा अर्थ असल विच कोई जात पात नाल नहीं। जात दा अर्थ गुरबाणी नूं जदों पढ़ोगे ना, सतगुरु कहंदे ने खसम नूं विसार के जेड़ा मनुख जीवन जी रहा हो भैड़ी जात वाला है, जेड़ा रब्बी प्यार विच जुड़ गया वो ऊंचा जीवन जिउण वाला है। सतगुरु ने इहदे चों कढिया, कहन लगे जिहदे कोल आत्मिक जीवन नहीं, जिहदे कोल ऊंचा जीवन नहीं है, जाकै रूप नाही, जात नाही, नाही मुख मासा। ते जिहदे कोल आत्मिक बल नहीं है, क्योंकि जेड़े नाम चो बाणी चो बल आउणा सी, ਉਹਦੇ ਕੋਲ आत्मिक वल भी नहीं। पर जदों गुरु का मिलाप होया, सतगुर मिले निरंजन पाया। जदों सच्चे गुरु नूं मिलिया ते ओही जीवन सी जिस जीवन नूं गुरु ने गुणां नाल जोड़ के, परमात्मा नाल जोड़ के, उस निरंजन नाल जोड़ के खजाना दिता, बल दिता, ते मनुख जिहड़ा भटकणा विच सी उहनूं सही राह दर्शा दिता। जदों इतिहास नूं पढ़दे धन गुरु अमरदास पातशाह जी जदों हले गुरु नाल नहीं जुड़े,
ਗੁਰੂ ਵਾਲੇ ਨਹੀਂ ਹੋਏ, ਉਦੋਂ ਆਪਣੀ ਜ਼ਿੰਦਗੀ ਦੇ ਪਹਿਲੇ ਲਗਭਗ 60-62 ਸਾਲਾਂ ਦੀ ਉਮਰ ਤੱਕ ਉਹਨਾਂ ਨੇ ਇਹੋ ਜਿਹੇ ਕਰਮ ਧਰਮ ਬੜੇ ਕੀਤੇ। ਗੰਗਾ ਦੀ ਯਾਤਰਾ ਤੇ ਜਾਣਾ, ਦਾਨ ਪੁੰਨ ਕਰਨਾ, ਬੜਾ ਕੁਝ ਕਰਕੇ ਵੇਖ ਲਿਆ ਸੀ। ਪਰ ਯਾਦ ਰੱਖਿਓ, ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਦਾ ਮਿਲਾਪ ਹੋਇਆ, ਗੁਰੂ ਅੰਗਦ ਦੇ ਪਾਤਸ਼ਾਹ ਦੇ ਘਰ ਵਿੱਚ ਆ ਕੇ ਗਿਆਨ ਦਾ ਚਾਨਣ ਅੰਦਰ ਹੋਇਆ ਤੇ ਲਗਭਗ 11 ਕੁ ਸਾਲਾਂ ਦੀ ਸੇਵਾ ਤੇ ਸਿਮਰਨ ਨੇ ਬਾਬਾ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਬਣਾ ਦਿੱਤਾ। ਇਹ ਗੁਰੂ ਦੀ ਜੁਗਤ ਹੈ ਕਿ ਸਤਿਗੁਰੂ ਕਹਿੰਦੇ ਨੇ, ਜਿਹਦੇ ਕੋਲ ਜੀਵਨ ਨਹੀਂ, ਚੰਗਾ ਗੁਣ ਨਹੀਂ, ਚੰਗਾ ਵੇਸ ਨਹੀਂ, ਚੰਗਾ ਬਲ ਨਹੀਂ, ਪਰ ਜਦੋਂ ਗੁਰੂ ਨਾਲ ਮਿਲਾਪ ਹੋਇਆ, ਗੁਰੂ ਨੇ ਜੋੜਿਆ ਕਿਸ ਨਾਲ? ਪਰਮਾਤਮਾ ਦੇ ਨਾਲ, ਉਹਦੀ ਬੰਦਗੀ ਦੇ ਨਾਲ, ਤੇ ਫਿਰ ਪਰਮਾਤਮਾ ਮਿਲਿਆ। ਸਤਿਗੁਰੂ ਕਹਿੰਦੇ ਨੇ, ਤੇਰੇ ਨਾਮ ਹੈ ਨਿਵਾਸਾ। ਹੁਣ ਵਾਹਿਗੁਰੂ ਜੀ ਸੋਝੀ ਆ ਗਈ ਗੁਰੂ ਨਾਲ ਜੁੜ ਕੇ, ਤੇ ਤੇਰੇ ਨਾਮ ਦੇ ਵਿੱਚ ਹੀ ਹੁਣ ਨਿਵਾਸ ਕਰ ਲੈ, ਭਾਵ ਤੇਰੇ ਨਾਮ ਵਿੱਚ ਹੀ ਟਿਕ ਗਿਆ ਤੇ ਗਿਆਨ ਹੋ ਗਿਆ, ਸੋਝੀ ਆ ਗਈ ਵੀ ਇੱਕ ਤੋਂ ਬਿਨਾ ਹੋਰ ਦੂਜਾ ਕੋਈ। ਸਾਰੀ ਤਰ੍ਹਾਂ ਦੀ ਭਟਕਣਾ ਮੁੱਕ ਗਈ। ਪੂਰੇ ਗੁਰੂ ਗ੍ਰੰਥ ਸਾਹਿਬ ਅੰਦਰ ਸਾਨੂੰ ਇੱਕ ਨਾਲ ਜੋੜਿਆ ਗਿਆ। ਸਾਡੀਆਂ ਦੁਵਿਧਾਵਾਂ ਖਤਮ ਹੋ ਗਈਆਂ। ਕਿਹਾ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਕੋਈ ਗੱਲ ਹੀ ਸਾਧ ਸੰਗਤ ਅੰਤਰ ਨਹੀਂ ਰਿਹਾ। ਅੱਜ ਭਾਵੇਂ ਜੀਵ ਜਿਹੜਾ ਗੁਰੂ ਕਾ ਸਿੱਖ ਵੀ ਜਿਹੜਾ ਹੈ, ਮਾਫ ਕਰਨਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਟੁੱਟਦਾ ਹੈ ਨਾ, ਇਹ ਵੀ ਦਰ ਦਰ ਦਾ ਭਿਖਾਰੀ ਬਣ ਕੇ ਭਟਕਣਾ ਵਿੱਚ ਪਿਆ ਰਹਿੰਦਾ। ਪਰ ਗੁਰੂ ਗਿਆਨ ਦਿੰਦੇ, ਪੁੱਤਰ ਬਾਣੀ ਨਾਲ ਜੁੜ, ਗੁਰੂ ਤੇਰੀ ਸਾਰੀ ਭਟਕਣਾ ਨੂੰ ਕੱਢ ਦੇਵੇ, ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਗਾ। ਔਰ ਜਦੋਂ ਨਾਮ ਨਿਰੰਜਨ ਪਾਇਆ ਗੁਰੂ ਨਾਲ ਜੁੜ ਕੇ, ਤੇ ਜੀਵਨ ਦੇ ਅੰਦਰ ਸਾਧ ਸੰਗਤ ਤੋਂ ਪਰਮਾਤਮਾ ਦਾ ਆ ਕੇ ਟਿਕਾਣਾ ਬਣ ਗਿਆ। ਅੰਦਰ ਸਾਧ ਸੰਗਤ ਜੀ ਉਹ ਜੋਤ ਪ੍ਰਗਟ ਹੋ ਗਈ, ਜਿਹਨੂੰ ਬਾਣੀ ਨੇ ਕਿਹਾ ਗੁਰੂ ਨਾਲ ਜੁੜਿਆ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ, ਕਹੋ ਨਾਨਕ ਨਿਹਚਲ ਘਰ ਬੰਧਿਓ, ਗੁਰ ਕੀਓ ਬੰਧਾਨੀ। ਗੁਰੂ ਨੇ ਬੰਧਿਆ, ਗੁਰੂ ਨੇ ਜੋੜਿਆ ਉਸ ਨਿਹਚਲ ਘਰ ਦੇ ਨਾਲ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ। ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਔਧੂ ਸਹਿਜੇ ਤਤ ਵਿਚਾਰ। ਔਧੂ ਸ਼ਬਦ ਜਿਹੜਾ ਇਹ ਜੋਗੀਆਂ ਲਈ ਵਰਤਿਆ ਜਾਂਦਾ। ਜਿਹੜੇ ਜੋਗੀ ਤਨ ਤੇ ਤਰ੍ਹਾਂ ਤਰ੍ਹਾਂ ਦੇ ਪਹਿਰਾਵੇ ਦੇ ਨਾਲ ਨਾਲ ਆਪਣੇ ਤਨ ਉੱਤੇ ਸਾਧ ਸੰਗਤ ਜੀ ਵਿਭੂਖ ਮਲਦੇ ਸਨ, ਜਿਹਨੂੰ ਭਸਮ ਵੀ ਕਿਹਾ ਜਾਂਦਾ, ਸਵਾਹ ਵੀ ਕਿਹਾ ਜਾਂਦਾ, ਉਹ ਮਲਦੇ ਸਨ। ਤੇ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਬਹੁਤ ਵਾਰੀ ਜੋਗੀਆਂ ਦੇ ਨਾਲ ਉਹਨਾਂ ਦੀ ਵਿਚਾਰ ਚਰਚਾ ਹੋਈ। ਐਡੀਆਂ ਲੰਬੀਆਂ ਲੰਬੀਆਂ ਵਿਚਾਰ ਚਰਚਾਵਾਂ ਵਿੱਚੋਂ ਜਿੱਥੇ ਵੱਖ-ਵੱਖ ਬਾਣੀਆਂ ਵਿੱਚ ਸਤਿਗੁਰੂ ਦੇ ਸ਼ਬਦ ਨੇ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਵਿਚਾਰ ਚਰਚਾ ਜਦੋਂ ਜੋਗੀਆਂ ਨਾਲ ਹੋਈ, ਤੇ ਉਹ ਬਾਣੀ ਦਾ ਨਾਂ ਵੀ ਸਿੱਧ ਗੋਸ਼ਟ ਹੈ, ਭਾਵ ਉਹ ਲੰਬੀ ਵਿਚਾਰ ਹੋਈ। ਹੁਣ ਸਤਿਗੁਰੂ ਕਹਿੰਦੇ ਨੇ, ਔਧੂ ਸਹਿਜੇ ਤਤ ਵਿਚਾਰ। ਹੇ ਔਧੂ, ਹੇ ਜੋਗੀ, ਭਾਈ ਤੂੰ ਸਹਿਜੇ ਹੀ ਅਡੋਲਤਾ ਵਿੱਚ ਰਹਿ ਕੇ ਤਤ ਨੂੰ ਵਿਚਾਰ, ਤਤ ਦੇ ਨਾਲ ਜੁੜ। ਤਤ ਕੀ ਹੈ? ਪਰਮਾਤਮਾ। ਉਸ ਇੱਕ ਨਾਲ ਜੁੜਨਾ ਕਰ। ਜਾਤੇ ਫਿਰ ਨਾ ਆਵੋ ਸੰਸਾਰ। ਜਿਹਦੇ ਨਾਲ ਜੁੜਿਆ ਤੇਰਾ ਜਨਮ ਮਰਨ ਦਾ ਗੇੜ, ਤੇਰਾ ਆਉਣ ਜਾਣ ਦਾ ਜਿਹੜਾ ਚੱਕਰ ਹੈ, ਉਹ ਬਿਲਕੁਲ ਖਤਮ ਹੋ ਜਾਏ। ਹੇ ਭਾਈ ਤੂੰ ਉਸ ਤੱਤ ਦੀ ਵਿਚਾਰ ਕਰ, ਉਸ ਤੱਤ ਦੇ ਨਾਲ ਜੁੜਨਾ ਕਰ ਜਿਸ ਤੱਤ ਤੋਂ ਇਲਾਵਾ ਦੂਜਾ ਹੈ ਹੀ ਕੋਈ ਨਹੀਂ। ਜਿਸ ਤੱਤ ਦੇ ਵਿੱਚੋਂ ਸਾਰੇ ਤੱਤ ਪੈਦਾ ਹੋਏ ਨੇ, ਜਿਸ ਤੱਤ ਦੇ ਵਿੱਚੋਂ ਸਭ ਕੁਝ ਦੀ ਪੈਦਾਇਸ਼ ਹੈ, ਉਸ ਤੱਤ ਦੇ ਨਾਲ ਜੁੜਨਾ ਕਰ ਤੇ ਅਡੋਲ ਰਹਿ, ਡੋਲੀ ਨਾ। ਕਿਉਂਕਿ ਜਦੋਂ ਤੂੰ ਡੋਲ ਗਿਆ, ਉਦੋਂ ਤੱਕ ਤੇਰੇ ਮਨ ਵਿੱਚ ਜਿਹੜੀ ਉਹ ਸ਼ੁੱਧਤਾ ਨਹੀਂ ਆਏਗੀ। ਸੁਨਿਆਰੇ ਦੀ ਦੁਕਾਨ ਉੱਤੇ ਸਾਧ ਸੰਗਤ ਜੀ ਸੁਨਿਆਰਾ ਅਸ਼ੁੱਧ ਸੋਨੇ ਨੂੰ ਕੋਠਾਰੀ ਵਿੱਚ ਪਾਉਂਦੇ, ਤੇ ਉਹ ਕੋਠਾਰੀ 'ਚ ਪਿਆ ਅਸ਼ੁੱਧ ਸੋਨਾ ਬੜੀ ਤੇਜ਼ੀ ਦੇ ਨਾਲ ਘੁੰਮਦਾ। ਜਦੋਂ ਉਹ ਸ਼ੁੱਧ ਹੋ ਜਾਂਦਾ, ਉਦੋਂ ਉਹ ਇੱਕ ਥਾਂ ਤੇ ਟਿਕ ਜਾਂਦਾ।
ਮੇਰੇ ਸਤਿਗੁਰੂ ਸਮਝਾਉਂਦੇ ਨੇ, ਭਾਈ ਦੇਖ ਜਦੋਂ ਤਤ ਨਾਲ ਜੁੜ ਗਿਆ ਨਾ, ਤੇ ਤਤ ਨਾਲ ਜੁੜ ਕੇ ਅਡੋਲਤਾ ਆਏਗੀ। ਤੂੰ ਡੋਲੇਗਾ ਨਹੀਂ, ਤੂੰ ਭਟਕੇਗਾ ਨਹੀਂ, ਪਰ ਜੇ ਤੂੰ ਤਤ ਨਾਲੋਂ ਟੁੱਟ ਗਿਆ ਤੇ ਜੀਵਨ ਫਿਰ ਭਟਕਣਾ ਵਿੱਚ ਹੀ ਪੈ ਜਾਏ, ਜੀਵਨ ਦਿਖਾਵੇ ਦੇ ਕੰਮਾਂ ਵਿੱਚ ਪੈ ਜਾਏ। ਸਤਿਗੁਰੂ ਕਹਿੰਦੇ ਨੇ, ਭਾਈ ਔਧੂ ਸਹਿਜੇ ਤਤ ਵਿਚਾਰ, ਜਾਤੇ ਫਿਰ ਨਾ ਆਵੋ ਸੰਸਾਰ। ਜਿਹਦੇ ਨਾਲ ਜੁੜਿਆ, ਜਿਸ ਤਤ ਨਾਲ ਜੁੜਿਆ, ਫਿਰ ਤੇਰਾ ਦੁਆਰੇ ਜਨਮ ਮਰਨ ਨਹੀਂ, ਭਾਵ ਜੀਵਨ ਮੁਕਤ ਹੋ ਜਾਏ। ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਵਿੱਚ ਨਾ ਇੱਕ ਬਹੁਤ ਵੱਡੀ ਵਡਿਆਈ, ਇੱਕ ਕਿਰਪਾ ਹੈ। ਪਿਆਰਿਓ, ਦੁਨੀਆ ਦੇ ਜਿੰਨੇ ਧਰਮ ਨੇ ਸਾਰੇ ਮੌਤ ਤੋਂ ਬਾਅਦ ਦੀ ਮੁਕਤੀ ਦੀ ਗੱਲ ਕਰਦੇ ਨੇ, ਪਰ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਨ ਜਿਹੜੇ ਜੀਵਨ ਮੁਕਤ ਦੀ ਗੱਲ ਕਰਦੇ। ਜਿਉਂਦਿਆਂ ਜੀ ਆਪਣੇ ਜੀਵਨ ਨੂੰ ਇੰਨਾ ਕੁ ਜੋੜ ਕਿ ਤੂੰ ਪਰਮਾਤਮਾ ਵਿੱਚ ਲੀਨ ਹੋ ਜਾਏ, ਪਰਮਾਤਮਾ ਵਿੱਚ ਇੱਕਮਿਕ ਹੋ ਜਾਏ। ਪਰ ਉਸ ਲਈ ਤੈਨੂੰ ਕਰਨਾ ਕੀ ਪੈਣਾ? ਅਡੋਲ ਹੋ ਕੇ ਤਤ ਦੀ ਵਿਚਾਰ ਨਾਲ ਜੁੜਨਾ ਪੈਣਾ। ਤੇ ਉਹ ਤਤ ਦੀ ਵਿਚਾਰ ਕਿੱਥੋਂ ਮਿਲੇਗੀ? ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚੋਂ। ਗੁਰੂ ਸਾਹਿਬਾਨ ਤੈਨੂੰ ਤਤ ਦੀ ਵਿਚਾਰ ਸਮਝਾਉਣਗੇ। ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਤਤ ਨਾਲ ਜੋੜਦਾ ਹੈ, ਸਾਨੂੰ ਪਰਮਾਤਮਾ ਨਾਲ ਜੋੜਦਾ ਹੈ। ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਜਾ ਕੇ ਕਰਮ ਨਾਹੀ, ਧਰਮ ਨਾਹੀ, ਨਾਹੀ ਸੁੱਚ ਮਾਲਾ। ਹੁਣ ਇੱਕ ਮਨੁੱਖ ਇਹੋ ਜਿਹਾ ਸੀ ਜਿਹੜਾ ਸੰਸਾਰ ਵਿੱਚ ਆਇਆ ਜ਼ਰੂਰ, ਪਰ ਉਹਨੇ ਕੋਈ ਧਰਮ ਦਾ ਕਰਮ ਹੀ ਨਹੀਂ ਕੀਤਾ, ਕਿਸੇ ਰਾਹ ਤੇ ਨਹੀਂ ਤੁਰਿਆ। ਨਾ ਹੀ ਸਾਧ ਸੰਗਤ ਜੀ ਉਹ ਸੱਚ ਨਾਲ ਜੁੜਿਆ, ਨਾ ਹੀ ਉਹਨੇ ਆਪਣੇ ਜੀਵਨ ਵਿੱਚ ਨਿਰਮਲਤਾ ਹੀ ਲੈ ਕੇ ਆਂਦੀ, ਸੁੱਚ ਲੈ ਕੇ ਆਂਦੀ, ਤੇ ਨਾ ਹੀ ਕੋਈ ਜਪ ਤਪ ਕੀਤਾ, ਭਾਵ ਧਰਮ ਤੋਂ ਕੋਹਾਂ ਦੂਰ ਸੀ, ਪਰਮਾਤਮਾ ਤੋਂ ਟੁੱਟਿਆ ਸੀ। ਸੰਸਾਰ ਵਿੱਚ ਸਿਰਫ ਪਦਾਰਥ ਤੇ ਵਿਕਾਰਾਂ ਨਾਲ ਹੀ ਜੁੜ ਕੇ ਜ਼ਿੰਦਗੀ ਕੱਢ ਰਿਹਾ ਸੀ। ਇਹੋ ਜਿਹਾ ਜੀਵ ਜਦੋਂ ਗੁਰੂ ਕੋਲ ਆਇਆ ਤੇ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਰਹਿਮਤ ਕੀਤੀ। ਸਿਵ ਜੋਤ ਕੰਨੋਂ ਬੁੱਧ ਪਾਈ। ਕੰਨੋਂ ਦਾ ਅਰਥ ਹੁੰਦਾ ਕੋਲੋਂ, ਸ਼ਿਵ ਜੋਤ ਦਾ ਅਰਥ ਹੁੰਦਾ ਪਰਮਾਤਮਾ, ਪਰਮੇਸ਼ਰ, ਕਲਿਆਣਕਾਰੀ ਜੋਤ। ਉਹ ਪਰਮਾਤਮਾ ਜਿਹੜਾ ਸੀ ਨਾ, ਪਰਮਾਤਮਾ ਦਾ ਨਾਮ ਜਿਹੜਾ ਸੀ ਉਹ ਗੁਰੂ ਦੇ ਕੋਲੋਂ ਪ੍ਰਾਪਤ ਹੋਇਆ। ਕੰਨੋਂ ਬੁੱਧ ਪਾਈ, ਸਤਿਗੁਰੂ ਕੋਲੋਂ ਸੋਝੀ ਮਿਲੀ, ਗਿਆਨ ਮਿਲਿਆ ਵੀ ਸੱਜਣਾ ਜੀਵਨ ਵਿੱਚ ਆਏ ਇੱਥੋਂ ਕੁਝ ਕਮਾ ਕੇ ਜਾਣਾ। ਗੁਰੂ ਨੇ ਗਿਆਨ ਦਿੱਤਾ, ਗੁਰੂ ਨੇ ਸੋਝੀ ਪਾਈ। ਸਤਿਗੁਰੂ ਕਹਿੰਦੇ ਸਿਵ ਜੋਤ ਕੰਨੋਂ ਬੁੱਧ ਪਾਈ, ਸਤਿਗੁਰੂ ਰਖਵਾਲਾ। ਫਿਰ ਸੱਚਾ ਗੁਰੂ ਰਖਵਾਲਾ ਬਣ ਗਏ। ਫਿਰ ਸੱਚੇ ਗੁਰੂ ਨੇ ਬਾਂਹ ਪਕੜ ਲਈ। ਫਿਰ ਸੱਚਾ ਗੁਰੂ ਕਦੇ ਭਟਕਣਾ ਵਿੱਚ ਨਹੀਂ ਪੈਣ ਦਿੰਦਾ। ਇਸੇ ਲਈ ਸਤਿਗੁਰੂ ਦੀ ਪਾਵਨ ਬਾਣੀ ਦਾ ਬਚਨ ਹੈ। ਸਤਿਗੁਰੂ ਕਹਿੰਦੇ ਨੇ ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਬੜ ਭਾਗੀ ਪਾਇਆ। ਮੈਨੂੰ ਇਹੋ ਜਿਹਾ ਗੁਰੂ ਮਿਲਿਆ ਜਿਹੜਾ ਭੁੱਲੇ ਹੋਏ ਨੂੰ ਮਾਰਗ ਪਾਉਣ ਵਾਲਾ। ਪ੍ਰਸਾਦ ਸੰਗਤ ਇੱਕ ਕਿਰਪਾ ਹੈ ਗੁਰੂ ਦੀ, ਸਾਨੂੰ ਭਰੋਸਾ ਗੁਰੂ ਤੇ ਬਣਾਉਣਾ ਪਵੇਗਾ। ਗੁਰੂ ਤਾਂ ਸਾਡਾ ਰਖਵਾਲਾ ਹੈ, ਗੁਰੂ ਦਾ ਸਾਡੇ ਤੇ ਭਰੋਸਾ ਹੈ, ਪਰ ਜਿੰਨਾ ਭਰੋਸਾ ਗੁਰੂ ਦਾ ਸਾਡੇ ਤੇ, ਉਨਾ ਭਰੋਸਾ ਸਿੱਖ ਨੂੰ ਵੀ ਗੁਰੂ ਤੇ ਬਣਾਉਣਾ ਪਵੇ। ਇਤਿਹਾਸ ਦੀ ਇੱਕ ਬੜੀ ਪਿਆਰੀ ਘਟਨਾ ਹੈ। ਕਰਨਾਲ ਦੇ ਨੇੜੇ ਤਰਾਵੜੀ ਨਗਰ ਹੈ। ਉੱਥੋਂ ਦਾ ਰਹਿਣ ਵਾਲਾ ਦੇਵਾ ਰਾਮ ਜਿਹੜਾ ਧੋਬੀ ਦਾ ਕਾਰਜ ਕਰਦਾ, ਕਿਰਤ ਕਰਦਾ, ਇੱਕ ਦਿਨ ਉਹਦੇ ਮਨ ਵਿੱਚ ਆਇਆ, ਮਨਾ ਜਿਹੜਾ ਗੁਰੂ ਨਾਨਕ ਦੇ ਰੂਪ ਦੇ ਅੰਦਰ ਭਾਈ ਲਾਲੋ ਦੇ ਘਰ ਵਿੱਚ ਜਾ ਕੇ ਕੋਧਰੇ ਦਾ ਪ੍ਰਸ਼ਾਦਾ ਛਕ ਸਕਦਾ, ਐਡਾ ਮਾਣ ਕਿਰਤੀ ਨੂੰ ਦੇ ਸਕਦਾ, ਜਿਹੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਕਸ਼ਮੀਰ ਜਾ ਕੇ ਮਾਤਾ ਭਾਗ ਭਰੀ ਦਾ ਚੋਲਾ ਪਹਿਨ ਸਕਦਾ, ਮਾਣ ਦੇ ਸਕਦਾ, ਉਸ ਗੁਰੂ ਅੱਗੇ ਬੇਨਤੀ ਕਰਾਂ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਕਰੋ, ਕਦੇ ਮੇਰੇ ਘਰ ਆ ਕੇ ਵੀ ਚਰਨ ਪਾਓ। ਕਹਿੰਦੇ ਦੇਵਾ ਰਾਮ ਆਪਣੇ ਕੰਮਕਾਰ ਮੁਕਾ ਕੇ ਨਾ ਆਪਣੇ ਨਗਰ ਤੋਂ ਤੁਰਿਆ, ਪੈਦਲ ਤੁਰਿਆ, ਲੰਬੀ ਯਾਤਰਾ ਸੀ। ਤੁਰਦਿਆਂ ਤੁਰਦਿਆਂ ਕਈ ਦਿਨਾਂ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ।
ਇੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦੀਵਾਨ ਲੱਗੇ ਹੈ। ਜਦੋਂ ਇਸ ਦੀ ਵਾਰੀ ਆਈ ਦਰਸ਼ਨਾਂ ਦੀ, ਜੋ ਯਥਾ ਸ਼ਕਤ ਸੀ ਇਹਨੇ ਭੇਟ ਕੀਤਾ। ਹੱਥ ਜੋੜੇ ਬੜੇ ਇਕਾਗਰ ਹੋ ਕੇ ਮਨ ਦੇ ਨਾਲ ਇੱਕ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਵਾਲੀ ਗਰੀਬ ਨਵਾਜ, ਕਿਰਪਾ ਕਰੋ, ਮੇਰਾ ਮਨ ਹੈ ਕਿ ਸਤਿਗੁਰੂ ਮੇਰੇ ਘਰੇ ਆਉਣ। ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ, ਦੇਵਾ ਰਾਮ ਜੀ, ਤੁਸੀਂ ਦੂਰੋਂ ਚੱਲ ਕੇ ਆਏ ਹੋ, ਅਰਦਾਸ ਕੀਤੀ ਹੈ ਭਿੱਜ ਕੇ, ਅਸੀਂ ਆਵਾਂਗੇ ਜ਼ਰੂਰ। ਪਰ ਦੇਵਾ ਰਾਮ ਨੂੰ ਜਿਹੜੀ ਅਗਲੀ ਗੱਲ ਆਖੀ ਨਾ, ਉਹ ਇੱਕ ਕਸਵੱਟੀ ਸੀ, ਇੱਕ ਪਰਖ ਸੀ। ਕਹਿੰਦੇ, ਦੇਵਾ ਰਾਮ ਜਦੋਂ ਆਈਏ ਨਾ, ਉਦੋਂ ਪਹਿਚਾਣ ਲਵੀਂ। ਸਤਿਗੁਰੂ ਜੀ ਤੁਸੀਂ ਆਵੋ, ਦੀਨ ਦੁਲੀ ਦਾ ਵਾਲੀ ਮੇਰੇ ਘਰ ਆਵੇ ਤੇ ਮੈਂ ਪਹਿਚਾਣਾ ਨਾ। ਸਤਿਗੁਰੂ ਕਹਿਣ ਲੱਗੇ, ਅੱਛਾ ਦੇਵਾ ਰਾਮ, ਚੰਗੀ ਗੱਲ ਹੈ, ਅਸੀਂ ਆਵਾਂਗੇ ਜ਼ਰੂਰ, ਮੈਂ ਫਿਰ ਆਖਦਾ ਪਹਿਚਾਣ। ਦੇਵਾ ਰਾਮ ਨੇ ਕੁਝ ਦਿਨ ਸੇਵਾ ਕੀਤੀ, ਵਾਪਸ ਆਪਣੇ ਨਗਰ ਤਰਾਵੜੀ ਆਏ। ਸਾਧ ਸੰਗਤ ਆਪਣੀ ਕਿਰਤ ਵਿਰਤ ਵਿੱਚ ਲੱਗਿਆ। ਪਰਿਵਾਰ ਨੂੰ ਦੱਸਿਆ ਸੀ ਇੱਕ ਦਿਨ ਗੁਰੂ ਆਉਣਗੇ। ਸਭਾ ਆਪਣੀ ਚਾਲੇ ਚੱਲਿਆ। ਔਰੰਗਜ਼ੇਬ ਬਾਦਸ਼ਾਹ ਨੇ ਕਹਿਰ ਢਾਇਆ। ਜਦੋਂ ਸਾਧ ਸੰਗਤ ਜੀ ਹਿੰਦੂ ਧਰਮ ਦੇ ਉੱਤੇ, ਤਿਲਕ ਜੰਜੂ ਉੱਤੇ ਜਦੋਂ ਖਤਰਾ ਬਣਿਆ, ਉਦੋਂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਆਪਣਾ ਸੀਸ ਦੇਣ ਦੀ ਖਾਤਰ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਤੁਰੇ ਤੇ ਪੜਾਅ ਦਰ ਪੜਾਅ ਕਰਦਿਆਂ ਸਾਧ ਸੰਗਤ ਜੀ ਸਤਿਗੁਰੂ ਨੇ 1675 ਈਸਵੀ ਦੇ ਵਿੱਚ ਇਸ ਪਾਵਨ ਦਿੱਲੀ ਦੀ ਧਰਤੀ ਦੇ ਉੱਤੇ ਚਾਂਦਨੀ ਚੌਂਕ ਵਿੱਚ 3 ਗੁਰਸਿੱਖਾਂ ਸਮੇਤ ਆਪਣੀ ਸ਼ਹਾਦਤ ਦਿੱਤੀ। ਭਾਈ ਦੇਵਾ ਰਾਮ ਤੱਕ ਵੀ ਖਬਰ ਪਹੁੰਚੀ। ਉਹ ਮਨ ਵਿੱਚ ਵਿਚਾਰ ਕਰਦੇ ਮਨਾ, ਗੁਰੂ ਦਿੱਲੀ ਗਏ ਨੇ, ਸ਼ਾਇਦ ਵਾਪਸ ਮੁੜਦਿਆਂ ਹੋਇਆਂ ਆਉਣਗੇ, ਇੱਥੋਂ ਲੰਘ ਗਏ ਨੇ, ਵਾਪਸ ਮੁੜਦਿਆਂ ਆਉਣਗੇ। ਮਨ ਵਿੱਚ ਭਰੋਸਾ ਹੈ। ਇੱਕ ਸਿੱਖ ਕੋਲੋਂ ਖਬਰ ਮਿਲੀ ਕਿ ਸਤਿਗੁਰੂ ਤਾਂ ਦਿੱਲੀ ਦੀ ਧਰਤੀ ਤੇ ਸ਼ਹਾਦਤ ਦੇ ਗਏ। ਹੁਣ ਸਿੱਖ ਦਾ ਥੋੜਾ ਜਿਹਾ ਭਰੋਸਾ ਜਿਹੜਾ ਸੀ ਉਹ ਡੋਲਿਆ ਸੀ ਕਿ ਸੱਚੇ ਪਾਤਸ਼ਾਹ ਤਾਂ ਸ਼ਹੀਦ ਹੋ ਗਏ, ਸ਼ਹੀਦ ਹੋ ਕੇ ਮੇਰੇ ਘਰ ਕਿਵੇਂ ਆਉਣਗੇ। ਕਹਿੰਦੇ, ਭਾਈ ਜੈਤਾ ਇੱਥੋਂ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਤੁਰਿਆ ਸੀ। ਪੜਾਅ ਕਰਦਾ ਹੈ, ਵੇਲਾ ਹੋਇਆ, ਇਹ ਪੜਾਅ ਕਰਦਾ ਹੋਇਆ ਤਰਾਵੜੀ ਨਗਰ ਦੇ ਨੇੜੇ ਪਹੁੰਚਿਆ। ਨਦੀ ਦੇ ਕਿਨਾਰੇ ਤੇ ਦੇਵਾ ਰਾਮ ਕੱਪੜੇ ਧੋ ਰਿਹਾ ਸੀ। ਇਹਨੂੰ ਸਾਹਮਣੇ ਜਾਂਦਾ ਇੱਕ ਗੁਰਸਿੱਖ ਦਿਖਾਈ ਦਿੱਤਾ। ਇਹਨੇ ਆਵਾਜ਼ ਮਾਰੀ, ਕਹਿਣ ਲੱਗਿਆ, ਗੁਰਸਿੱਖਾ ਮੇਰੀ ਗੱਲ ਸੁਣ ਕੇ ਜਾਈ। 2 ਕੁ ਮਨ ਵਿੱਚ ਭਰਮ ਨੇ, ਸ਼ੰਕੇ ਨੇ, ਤੇ ਉਹ ਗੁਰਸਿੱਖ ਰੁਕਿਆ। ਕਹਿਣ ਲੱਗਿਆ, ਸੱਜਣਾ ਦੱਸ, ਮੈਨੂੰ ਛੇਤੀ ਹੈ, ਮੈਂ ਆਨੰਦਪੁਰ ਸਾਹਿਬ ਪਹੁੰਚਣਾ ਹੈ। ਕਹਿਣ ਲੱਗਿਆ, ਗੁਰਸਿੱਖ ਇਹ ਦੱਸ ਵੀ ਗੁਰੂ ਕਦੇ ਵਾਅਦਾ ਕਰਕੇ ਵੀ ਵਾਅਦੇ ਤੋਂ ਭੁੱਲ ਜਾਂਦਾ ਹੈ। ਕਹਿਣ ਲੱਗਿਆ, ਗੁਰਸਿੱਖੋ ਬੜਾ ਗੁਰਸਿੱਖ ਸੀ। ਕਹਿਣ ਲੱਗਿਆ, ਨਹੀਂ ਸੱਜਣਾ, ਐਸਾ ਕਦੇ ਹੋ ਹੀ ਨਹੀਂ ਸਕਦਾ। ਕਹਿੰਦਾ, ਗੁਰਸਿੱਖਾ ਮੇਰੇ ਨਾਲ ਹੋਇਆ ਲੱਗਦਾ ਹੈ। ਗੁਰੂ ਦੇ ਕੋਲ ਗਿਆ ਸੀ, ਮੈਂ ਇਸੇ ਨਗਰ ਦਾ ਹਾਂ। ਗੁਰੂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਮੇਰੇ ਘਰ ਆਉਣ ਦਾ, ਪਰ ਗੁਰੂ ਤੇਗ ਬਹਾਦਰ ਜੀ ਤਾਂ ਸ਼ਹੀਦੀ ਪ੍ਰਾਪਤ ਕਰ ਗਏ ਨੇ, ਮੇਰੇ ਘਰ ਹੁਣ ਕਦੋਂ ਆਉਣਗੇ। ਕਹਿੰਦੇ, ਉਸ ਤੁਰੇ ਜਾਂਦੇ ਗੁਰਸਿੱਖ ਦੇ ਚਰਨ ਰੁਕ ਗਏ। ਉਹ ਕਹਿਣ ਲੱਗਿਆ, ਧੰਨ ਮਾਨੀ ਮਨ ਆਖਦੇ, ਧੰਨ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ, ਕਿੰਨੇ ਪੜਾਵਾਂ ਵਿੱਚੋਂ ਕੱਢ ਕੇ, ਔਖਿਆਈਆਂ ਚੋਂ ਕੱਢ ਕੇ ਤੂੰ ਅੱਜ ਮੈਨੂੰ ਇੱਥੇ ਲੈ ਆਇਆ, ਇਸ ਗੁਰਸਿੱਖ ਨਾਲ ਮਿਲਾਪ ਕਰਵਾਇਆ। ਉਹ ਗੁਰਸਿੱਖ ਨੂੰ ਆਖਦਾ, ਭਾਈ ਦੇਵਾ ਰਾਮ, ਤੂੰ ਮੈਨੂੰ ਲੈ ਚੱਲ ਆਪਣੇ ਘਰ ਵਿਖੇ। ਤੇ ਸਾਧ ਸੰਗਤ ਉਹ ਦੇਵਾ ਰਾਮ ਉਸ ਗੁਰਸਿੱਖ ਨੂੰ ਘਰੇ ਲੈ ਗਏ। ਜਦੋਂ ਘਰੇ ਆਏ ਨਾ, ਤੇ ਉਹ ਗੁਰਸਿੱਖ ਪੁੱਛਦਾ, ਕਹਿਣ ਲੱਗਿਆ, ਜੇ ਤੇਰੇ ਘਰ ਗੁਰੂ ਆਉਂਦਾ ਤੇ ਤੂੰ ਗੁਰੂ ਲਈ ਕੀ ਕੁਝ ਕੀਤਾ ਹੋਇਆ। ਇਹਨੇ ਇੱਕ ਮੰਜੀ ਕੱਢੀ ਸੀ, ਇੱਕ ਚਾਦਰ ਬੁਣੀ ਸੀ, ਆ ਦੋਨੇ ਚੀਜ਼ਾਂ ਕੱਢ ਕੇ ਕਹਿੰਦਾ, ਗੁਰੂ ਆਉਂਦਾ ਨਾ,
ਗੁਰੂ ਲਈ ਇਹ ਆਸਣ ਤਿਆਰ ਕੀਤਾ, ਉਹ ਇਸ ਆਸਣ ਤੇ ਗੁਰੂ ਨੂੰ ਬਿਰਾਜਮਾਨ ਕਰਦਾ। ਉਹ ਗੁਰਸਿੱਖ ਨੇ ਜਿਹੜਾ ਆਪਣੇ ਕੋਲ ਬੰਧਿਆ ਸੀ, ਗੰਢਾਂ ਮਾਰੀਆਂ ਸੀ ਚਾਦਰ ਵਿੱਚ, ਉਸ ਮੰਜੀ ਤੇ ਰੱਖਿਆ। ਤੇ ਦੇਵਾ ਰਾਮ ਕਹਿੰਦਾ, ਸੱਜਣਾ ਤੂੰ ਵੀ ਗੁਰਸਿੱਖ, ਮੈਂ ਵੀ ਗੁਰਸਿੱਖ, ਦੇਖ ਇਹ ਗੁਰੂ ਲਈ ਬਣਾਈ ਹੋਈ ਹੈ, ਆਪਣਾ ਸਮਾਨ ਵਾਲੀ ਗੰਢ ਇਹਦੇ ਉਤੋਂ ਚੁੱਕ ਲੈ। ਤੇ ਉਹ ਜਿਹੜਾ ਗੁਰਸਿੱਖ ਸੀ ਕਹਿਣ ਲੱਗਿਆ, ਸੱਜਣਾ ਤੂੰ ਕਹਿੰਦਾ ਸੀ ਨਾ ਗੁਰੂ ਨੇ ਮੇਰੇ ਘਰ ਆਉਣ ਵਾਅਦਾ ਕੀਤਾ, ਤੇ ਮਾਫ ਕਰੀ ਗੁਰੂ ਤੇਰੇ ਘਰ ਆ ਗਿਆ। ਮੈਂ ਹੈਰਾਨ ਹਾਂ। ਭਾਈ ਦੇਵਾ ਰਾਮ ਕਹਿੰਦਾ, ਗੁਰੂ ਕਿੱਥੇ? ਉਹਨੇ ਸਾਧ ਸੰਗਤ ਚਾਦਰ ਦੀਆਂ ਗੰਢਾਂ ਖੋਲੀਆਂ। ਪਹਿਲੀ ਗੰਢ ਖੋਲਦਾ, ਦੂਜੀ ਗੰਢ ਖੋਲਦਾ। ਜਦੋਂ ਅਖੀਰਲੀ ਗੰਢ ਖੋਲੀ ਤੇ ਭਾਈ ਦੇਵਾ ਰਾਮ ਦੀਆਂ ਭੁੱਬਾਂ ਨਿਕਲ ਗਈਆਂ। ਸੱਚੇ ਪਾਤਸ਼ਾਹ ਮੈਂ ਤਾਂ ਸੋਚਦਾ ਸੀ ਗੁਰੂ ਸ਼ਹੀਦ ਹੋ ਗਿਆ ਤੇ ਸ਼ਹੀਦ ਹੋ ਕੇ ਮੇਰੇ ਘਰ ਕਿਵੇਂ ਆਏਗਾ, ਪਰ ਸੱਚਿਆ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਗੁਰੂ ਤੂੰ ਆਪਣਾ ਕੀਤਾ ਵਾਅਦਾ ਨਿਭਾਏਗਾ, ਤੂੰ ਸ਼ਹੀਦ ਹੋ ਕੇ ਵੀ ਮੇਰੇ ਘਰ ਵਿੱਚ ਆਏਗਾ ਤੇ ਮੈਨੂੰ ਦੀਦਾਰ ਦੇਗਾ, ਮੈਨੂੰ ਨਹੀਂ ਸੀ ਪਤਾ। ਸਾਧ ਸੰਗਤ ਇਹ ਹੋਵੇ ਗੁਰੂ ਦਾ ਸਾਡੇ ਤੇ ਭਰੋਸਾ ਹੈ, ਪਰ ਸਿੱਖ ਦਾ ਵੀ ਇੰਨਾ ਭਰੋਸਾ ਗੁਰੂ ਤੇ ਹੋਵੇ ਕਿ ਸਾਧ ਸੰਗਤ ਸਿੱਖ ਗੁਰੂ ਨਾਲ ਜੁੜੇ ਤੇ ਗੁਰੂ ਸਿੱਖ ਨਾਲ ਜੁੜ ਕੇ ਉਹਦੇ ਕਾਰਜ ਸਵਾਰ ਦੇ। ਕਿਉਂਕਿ ਗੁਰੂ 'ਚ ਸਮਰੱਥ ਹੈ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬਿਕਾਰ ਤੇ ਹਾਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਮੇਰੇ ਮਨ ਵਿੱਚ ਗੁਰੂ ਨੇ ਮੱਤ ਪਾਈ ਨਾ, ਸੋਝੀ ਦਿੱਤੀ, ਤੇ ਮੈਂ ਪ੍ਰਮਾਤਮਾ ਨਾਲ ਜੁੜ ਗਿਆ। ਹੁਣ ਮੇਰਾ ਹਰ ਥਾਂ ਤੇ ਜਦੋਂ ਵੀ ਮੈਂ ਕਦੇ ਭਟਕਣ ਲੱਗਦਾ, ਮੇਰਾ ਗੁਰੂ ਰਖਵਾਲਾ ਬਣ ਕੇ ਮੇਰੀ ਬਾਂਹ ਪਕੜ ਲੈਂਦਾ। ਮੈਨੂੰ ਮਾੜੇ ਰਾਹਾਂ ਤੋਂ ਮੇਰਾ ਗੁਰੂ ਰੋਕ ਦਿੰਦਾ। ਜਾ ਕੇ ਵਰਤ ਨਾਹੀ ਨੇਮ ਨਾਹੀ ਬਕਬਾਈ। ਹੁਣ ਜਿਹਦੇ ਕੋਲ ਕੋਈ ਧਰਮ ਦੀ ਕਿਰਿਆ ਹੀ ਨਹੀਂ, ਜਿਹੜਾ ਜੀਵਨ ਸਾਧ ਸੰਗਤ ਧਰਮ ਤੋਂ ਕੋਹਾਂ ਦੂਰ ਹੈ, ਕੋਈ ਨੇਮ ਨਹੀਂ ਬਣਾਇਆ, ਕੋਈ ਜੀਵਨ ਵਿੱਚ ਰੱਬ ਦੇ ਨਾਂ ਦੀ ਗੱਲ ਨਹੀਂ ਕੀਤੀ, ਬਕਬਾਈ ਭਾਵ ਕੋਈ ਬਚਨ ਹੀ ਨਹੀਂ ਆਖਿਆ, ਜਿਹੜਾ ਜੀਵਨ ਸਿਰਫ ਤੇ ਸਿਰਫ ਦਿਖਾਵੇ ਦੇ ਕੰਮਾਂ 'ਚ ਲੱਗਿਆ, ਆਪਣੇ ਆਪ ਦੇ ਤਨ ਨੂੰ ਭੁੱਖਾ ਰੱਖ ਕੇ ਕਹਿੰਦਾ ਵੀ ਮੈਂ ਰੱਬ ਤੱਕ ਮਿਲ ਜਾਵਾਂਗਾ। ਤੇ ਸਾਧ ਸੰਗਤ ਸਤਿਗੁਰੂ ਕਹਿੰਦੇ ਨੇ, ਗਤ ਅਵਗਤ ਕੀ ਚਿੰਤ ਨਾਹੀ। ਪਰ ਜਦੋਂ ਮੈਂ ਗੁਰੂ ਨਾਲ ਜੁੜਿਆ ਤੇ ਗੁਰੂ ਨਾਲ ਜੁੜ ਕੇ ਕੀ ਹੋਇਆ, ਇਹ ਦਿਖਾਵੇ ਦੇ ਕੰਮ ਜੀਵਨ ਚੋਂ ਨਿਕਲ ਗਏ। ਹੁਣ ਮੁਕਤੀ ਅਤੇ ਨਰਕ ਦੀ ਕੋਈ ਚਿੰਤਾ ਨਹੀਂ ਰਹੀ। ਹੁਣ ਤਾਂ ਗੁਰੂ ਨਾਲ ਜੁੜ ਗਿਆ। ਸਤਿਗੁਰੂ ਫਰਮਾਈ, ਮੇਰੇ ਗੁਰੂ ਦੇ ਬਚਨ ਜਦੋਂ ਹਿਰਦੇ 'ਚ ਵਸੇ, ਜਿਹੜੀ ਗਤ ਦੁਨੀਆ ਵਿੱਚ ਮਨੁੱਖ ਕਰ ਰਿਹਾ ਸੀ, ਮੈਂ ਉਸ ਗਤ 'ਚੋਂ ਵੀ ਨਿਕਲ ਗਿਆ। ਮੈਂ ਦੁਨੀਆ ਦੀ ਕਹੀ ਜਾਣ ਵਾਲੀ ਮੁਕਤੀ 'ਚੋਂ ਵੀ ਨਿਕਲ ਗਿਆ। ਮੈਂ ਦੁਨੀਆ ਦੇ ਕਹੇ ਜਾਂਦੇ ਨਰਕ ਸੁਰਗ ਦੀ ਗੱਲ 'ਚੋਂ ਵੀ ਨਿਕਲ ਗਿਆ, ਕਿਉਂਕਿ ਹੁਣ ਮੇਰਾ ਮਿਲਾਪ ਮੇਰੇ ਗੁਰੂ ਨੇ ਸਿੱਧਾ ਪ੍ਰਮਾਤਮਾ ਨਾਲ ਕਰਾ ਦਿੱਤਾ। ਹੁਣ ਜੀਵਨ ਕੀ ਬਣ ਗਿਆ? ਹੁਣ ਜੀਵਨ ਪ੍ਰਮਾਤਮਾ ਨਾਲ ਜੁੜ ਗਿਆ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਪਰ ਕਦੋਂ ਜੀ? ਸਤਿਗੁਰ ਕੈ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਚਰਨ ਕਮਲ ਕੀ ਮੌਜ, ਜਦੋਂ ਪ੍ਰਮਾਤਮਾ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜੁੜਾਂਗੇ, ਉਸ ਮੌਜ ਦੇ ਵਿੱਚ ਰਹਿਓ ਅੰਤ ਅਰ ਆਦ। ਆਰੰਭ ਤੋਂ ਲੈ ਕੇ ਅੰਤ ਤੱਕ ਮੈਂ ਪ੍ਰਮਾਤਮਾ ਨਾਲ ਜੁੜ ਗਿਆ, ਮੇਰੇ ਗੁਰੂ ਨੇ ਜੋੜਿਆ, ਤੇ ਹੁਣ ਨਰਕ ਸੁਰਗ ਦੀ ਗੱਲ ਵਿੱਚੋਂ ਵੀ ਮੈਂ ਨਿਕਲ ਗਿਆ। ਸਤਿਗੁਰੂ ਕਹਿੰਦੇ ਨੇ, ਗਤ ਅਵਗਤ ਕੀ ਚਿੰਤ ਨਾਹੀ। ਸਤਿਗੁਰੂ ਫਰਮਾਈ, ਜਿਹੜੀ ਚਿੰਤਾ ਵਿੱਚ ਦੁਨੀਆ ਪਈ ਸੀ, ਉਸ ਚਿੰਤਾ ਵਿੱਚੋਂ ਗੁਰੂ ਨੇ ਰੱਬ ਦੇ ਨਾਮ ਦੇ ਚਿੰਤਨ ਵਿੱਚ ਜੋੜ ਕੇ ਚਿੰਤਾ ਤੋਂ ਮੁਕਤ ਕਰ ਦਿੱਤਾ। ਫਿਰ ਸਤਿਗੁਰੂ ਕਹਿੰਦੇ ਨੇ, ਜਾ ਕੇ ਆਸ ਨਾਹੀ ਨਿਰਾਸ ਨਾਹੀ, ਚਿੱਤ ਸੁਰਤ ਸਮਝਾਈ। ਗੁਰੂ ਨੇ ਸੁਰਤੀ ਨੂੰ ਸੋਝੀ ਦਿੱਤੀ, ਗਿਆਨ ਦਿੱਤਾ ਕਿ ਭਾਈ ਸੰਸਾਰ ਦੀਆਂ ਆਸਾਂ ਛੱਡ, ਸੰਸਾਰ ਦੇ ਵਿੱਚ ਤੂੰ ਗ੍ਰਸਤ ਧਰਮ ਦੇ ਵਿੱਚ ਰਹਿੰਦੇ ਆ, ਕਿਵੇਂ ਆਪਣੀ ਜ਼ਿੰਦਗੀ ਨੂੰ ਪ੍ਰਮਾਤਮਾ ਨਾਲ ਜੋੜਨੇ, ਇਹ ਤੈਨੂੰ ਗੁਰੂ ਨੇ ਗੱਲ ਸਮਝਾ ਦਿੱਤੀ। ਕਿਉਂਕਿ ਮਨੁੱਖ ਜਿਹੜਾ ਸੀ ਨਾ, ਉਹ ਨਿਰਾਸ਼ ਕਿਹਨੂੰ ਕਹਿੰਦੇ ਸਨ? ਜਿਹੜਾ ਘਰ-ਬਾਰ ਸੰਸਾਰ ਛੱਡ ਕੇ ਕੋਈ ਜੰਗਲ 'ਚ ਚਲਾ ਗਿਆ,
ਕੋਈ ਸਾਧ ਸੰਗਤ ਪਰਬਤਾਂ ਪਹਾੜਾਂ ਤੇ ਚਲਾ ਗਿਆ, ਕੋਈ ਉਦਾਸੀ ਬਣਿਆ, ਕੋਈ ਸੰਨਿਆਸੀ ਬਣਿਆ, ਕੋਈ ਜੋਗੀ ਬਣਿਆ। ਪਰ ਗੁਰੂ ਨਾਨਕ ਦੇ ਘਰ ਨੇ ਕਿਰਪਾ ਕੀਤੀ, ਸਾਨੂੰ ਗ੍ਰਸਤ ਜੋਗੀ ਬਣਾ ਦਿੱਤਾ। ਮੇਰਾ ਸਿੱਖ ਗ੍ਰਸਤ ਵਿੱਚ ਵੀ ਰਹੇ, ਪਰਿਵਾਰ ਦੀਆਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝੇ, ਦਸਾਂ ਨੋਹਾਂ ਦੀ ਕਿਰਤ ਵੀ ਕਰੇ, ਪਰ ਕਿਰਤ ਦੇ ਨਾਲ ਨਾਲ ਪਰਮਾਤਮਾ ਦੀ ਕੀਰਤੀ ਨਾਲ ਵੀ ਜੁੜੇ। ਜਿਹਨੂੰ ਆਖਿਆ ਸਭ ਕੇ ਮੱਧ ਸਗਲ ਤੇ ਉਦਾਸ, ਇਹ ਹੈ ਗੁਰੂ ਦੇ ਘਰ ਦਾ ਗਿਆਨ, ਗੁਰੂ ਦੇ ਘਰ ਦੀ ਸੋਝੀ। ਅੱਜ ਭਾਵੇਂ ਜੀਵ ਭਟਕਣਾ ਵਿੱਚ ਪੈ ਜਾਂਦਾ, ਪਰ ਗੁਰੂ ਗਿਆਨ ਦਿੰਦਾ ਭਾਈ, ਜਿਹੜਾ ਜੁੜ ਜਾਂਦਾ, ਜਿਹਨੇ ਆਪਣੀ ਸੁਰਤ ਨੂੰ ਸਮਝਾ ਲਿਆ ਗੁਰੂ ਨਾਲ ਜੋੜ ਕੇ, ਜਿਹੜਾ ਆਪਣੇ ਜੀਵਨ ਨੂੰ ਸੱਚ ਦੇ ਰਾਹ ਤੇ ਤੋਰ ਲੈਂਦਾ, ਫਿਰ ਉਹ ਕਦੇ ਭਟਕਣਾ ਵਿੱਚ ਨਹੀਂ ਪੈਂਦਾ, ਉਹ ਕਦੇ ਮੌਤ ਦੇ ਡਰਾਂ ਵਿੱਚ ਨਹੀਂ ਆਉਂਦਾ, ਉਹ ਤਾਂ ਮੌਤ ਦੇ ਡਰ ਚੋਂ ਵੀ ਨਿਕਲ ਜਾਂਦਾ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਇਸ ਅਵਸਥਾ 'ਚ ਜੀ ਰਿਹਾ ਹੈ। ਔਰ ਸਾਧ ਸੰਗਤ ਇਸ ਅਵਸਥਾ ਵਿੱਚ ਕਿਵੇਂ ਜੀਆ ਜਾ ਸਕਦਾ ਹੈ? ਉਹ ਸਿਰਫ ਤੇ ਸਿਰਫ ਗੁਰੂ ਨਾਲ ਜੁੜ ਕੇ, ਗੁਰੂ ਦੇ ਗਿਆਨ ਵਿੱਚੋਂ ਜੀਵਨ ਲੈ ਕਰਕੇ। ਫਿਰ ਸਤਿਗੁਰੂ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਤੰਤ ਕੋ ਪਰਮ ਤੰਤ ਮਿਲਿਆ। ਤੰਤ ਕਹਿੰਦੇ ਨੇ ਤਤ ਨੂੰ, ਜਿਹੜੀ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ, ਅੱਜ ਉਹੀ ਆਤਮਾ ਫਿਰ ਪਰਮ ਤੰਤ ਭਾਵ ਪਰਮਾਤਮਾ ਨਾਲ ਮਿਲ ਗਈ। ਇਹ ਮਿਲਾਪ ਕਿਹਨੇ ਕਰਵਾਇਆ? ਗੁਰੂ ਨੇ। ਗੁਰ ਕਿਰਪਾ ਜੇ ਨਰਕੋ ਕੀਨੀ, ਤੈਂ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਹ ਗੁਰੂ ਮਿਲਾਪ ਕਰਵਾਉਂਦਾ। ਗੁਰੂ ਕੋਲ ਆ ਕੇ ਜਿਹੜੇ ਮਨੁੱਖ ਨੇ ਜੁਗਤ ਸਮਝ ਲਈ, ਉਹ ਐਵੇਂ ਲੀਨ ਹੋ ਗਏ ਜਿਵੇਂ ਪਾਣੀ ਵਿੱਚ ਪਾਣੀ ਮਿਲਦਾ। ਉਹਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ। ਤੰਤ ਕੋ ਪਰਮ ਤੰਤ ਮਿਲਿਆ। ਕਾਲੀਦਾਸ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਲੜੀਵਾਰ ਵਿਚਾਰ ਕਰ ਰਿਹਾ ਸੀ, ਤੇ ਉੱਥੇ ਪਾਵਨ ਪਵਿੱਤਰ ਬਾਣੀ 12 ਮਾਹਾਂ ਦੀ ਆਰੰਭਤਾ ਹੋਈ। ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਕਹਿੰਦੇ ਪਿਆਰਿਓ ਤੂੰ ਟੁੱਟਿਆ ਹੋਇਆ, ਮਿਲਿਆ ਨਹੀਂ ਹਲੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। 4 ਕੁੰਟ ਦਾ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਮੈਂ ਬੜਾ ਕੁਝ ਕਰਕੇ ਵੇਖ ਲਿਆ, ਹੁਣ ਥੱਕ ਕੇ ਪ੍ਰਭੂ ਦੀ ਸ਼ਰਨ ਆ ਗਏ। ਮੈਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜਿਆ ਹਾਂ। ਅਰਦਾਸ ਹੈ ਕਿ ਵਾਹਿਗੁਰੂ ਮੈਨੂੰ ਕਿਰਪਾ ਕਰੋ, ਆਪਣੇ ਨਾਲ ਮਿਲਾ ਲਓ। ਹੁਣ ਸਤਿਗੁਰੂ ਨੇ ਜਵਾਬ ਦਿੱਤਾ, ਕਹਿੰਦੇ ਭਾਈ ਐਵੇਂ ਨਹੀਂ ਮਿਲਿਆ ਜਾ ਸਕਦਾ। ਅੰਦਰੋਂ ਖਾਲੀ ਹੋਵੇ ਤਾਂ ਤੂੰ ਕਿਵੇਂ ਮਿਲੇਗਾ? ਤੇਰਾ ਮੁੱਲ ਨਹੀਂ ਪੈਣਾ। ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਗਾਂ ਜਦੋਂ ਦੁੱਧ ਤੋਂ ਬਾਹਰੀ ਹੋ ਜਾਏ, ਬਗੈਰ ਹੋ ਜਾਏ ਨਾ, ਤੇ ਉਹਦਾ ਕੋਈ ਮੁੱਲ ਨਹੀਂ, ਉਹਦਾ ਕੋਈ ਦਾਮ ਨਹੀਂ, ਨਾ ਉਹ ਕਿਸੇ ਕੰਮ ਹੈ। ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਬੀਜ ਭਾਵੇਂ ਤੁਸੀਂ ਮਹਿੰਗੇ ਤੋਂ ਮਹਿੰਗਾ ਪਾ ਦਿਓ, ਪਰ ਜੇ ਬੀਜ ਨੂੰ ਪਾਣੀ ਦੀਆਂ ਬੂੰਦਾਂ ਨਾ ਮਿਲਣ, ਉਹ ਕੁਮਲਾ ਕੇ ਸੜ ਜਾਏਗਾ, ਤੇ ਸੜੇ ਹੋਏ ਬੀਜ ਦਾ, ਸੜੀ ਹੋਈ ਫਸਲ ਦਾ ਕੋਈ ਮੁੱਲ ਨਹੀਂ ਪੈਂਦਾ। ਉਸੇ ਤਰ੍ਹਾਂ ਸਤਿਗੁਰੂ ਕਹਿੰਦੇ ਹਰ ਨਾਹ ਨ ਮਿਲੀਏ ਸਾਜਨੈ, ਤਤ ਪਾਈਏ ਬਿਸਰਾਮ। ਪਿਆਰਿਆ, ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ, ਪਰਮਾਤਮਾ ਦੀ ਬੰਦਗੀ ਨਹੀਂ, ਜਿਨ੍ਹਾਂ ਦੇ ਕੋਲ ਪਰਮੇਸ਼ਰ ਕੰਤਪਤੀ ਨੇੜੇ ਨਹੀਂ ਹੈ, ਉਹ ਕਿਵੇਂ ਵਿਸ਼ਰਾਮ ਦਾ ਅਰਥ ਹੁੰਦਾ ਆਰਾਮ ਨਾਲ, ਸ਼ਾਂਤੀ ਨਾਲ ਰਹਿ ਸਕਦੇ ਨੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸ਼ਾਂਤੀ ਜ਼ਰੂਰ ਹੈ, ਪਰ ਸ਼ਾਂਤੀ ਨਹੀਂ ਆ ਸਕਦੀ। ਸ਼ਾਂਤੀ ਆਏਗੀ ਕਿਵੇਂ? ਸੁੱਖ ਆਏਗਾ ਕਿਵੇਂ? ਸਤਿਗੁਰੂ ਕਹਿੰਦੇ ਇੱਕ ਤਰੀਕਾ ਹੈ ਭਾਈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਹੁਣ ਇਹ ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਨੇ ਸੋਝੀ ਦਿੱਤੀ ਹੈ। ਗੁਰੂ ਦੀ ਰਹਿਮਤ ਸਦਕਾ ਤੰਤ ਕੋ ਪਰਮ ਤੰਤ ਮਿਲਿਆ, ਨਾਨਕਾ ਬੁੱਧ ਪਾਈ। ਹੁਣ ਗੁਰੂ ਨਾਲ ਜੁੜ ਕੇ ਮੈਂ ਉਹ ਵਿਵੇਕ ਬੁੱਧ, ਚੰਗੀ ਮਤ, ਚੰਗੀ ਸੋਚ, ਚੰਗੀ ਗਿਆਨ ਦਾ ਚਾਨਣ ਮੇਰੇ ਅੰਦਰ ਹੋ ਗਿਆ। ਤੇ ਉਹ ਗਿਆਨ ਦਾ ਚਾਨਣ ਉਦੋਂ ਹੀ ਹੋਏਗਾ ਜਦੋਂ ਗੁਰੂ ਨਾਲ ਜੁੜੋਗੇ। ਇਸ ਲਈ ਭਾਈ ਸਤਿਗੁਰੂ ਕਹਿੰਦੇ ਨੇ ਬਾਣੀ ਵਿੱਚ, ਕਹਿੰਦੇ ਭਾਈ ਅਰਦਾਸ ਕਰ ਸਤਿਗੁਰੂ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੇ ਗੁਰ ਚਾਲੀ। ਕਿਉਂ ਦਾ ਅਰਥ ਹੁੰਦਾ ਕਿਵੇਂ। ਸਤਿਗੁਰੂ ਅਸੀਂ ਤਾਂ ਅੰਧਕਾਰ ਵਿੱਚ ਹਾਂ,
ਅੰਧਿਆਂ ਤੋਂ ਵੀ ਅੰਧੇ ਹਾਂ, ਕਿਵੇਂ ਤੇਰੇ ਰਾਹ ਤੇ ਚੱਲੀਏ, ਕਿਵੇਂ ਤੇਰੀ ਚਾਲ ਚੱਲੀ। ਸਤਿਗੁਰ ਦਿਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੇ। ਸਤਿਗੁਰੂ ਕਿਰਪਾ ਕਰੋ, ਆਪਣੇ ਲੜ ਲਾ ਲਓ। ਤੂੰ ਦਿਆ ਦਾ ਘਰ ਹੈ, ਤੂੰ ਸੁੱਖਾਂ ਦਾ ਦਾਤਾ ਹੈ। ਅੱਗੋਂ ਗੁਰੂ ਨੇ ਜਵਾਬ ਦਿੱਤਾ ਸੀ, ਕਿਉਂਕਿ ਮੇਰੇ ਉਸਤਾਦ ਗਿਆਨੀ ਸਾਹਿਬ ਸਿੰਘ ਜੀ ਆਖਦੇ ਨੇ ਵੀ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰ। ਕਿਹੜਾ ਜਵਾਬ ਹੈ ਜਿਹੜਾ ਜਵਾਬ, ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਕੋਲ ਨਹੀਂ। ਗੁਰੂ ਨੇ ਅੱਗੇ ਸਵਾਲ ਸੀ, ਸਤਿਗੁਰੂ ਪੱਲੇ ਲਾ ਲੈ, ਲੜ ਲਾ ਲੈ। ਅੱਗੋਂ ਜਵਾਬ ਮਿਲਿਆ, ਪੁੱਤਰ ਲੜ ਲੱਗਣਾ ਚਾਹੁੰਦਾ ਹੈ, ਇੱਕ ਕੰਮ ਕਰ, ਗੁਰਸਿੱਖ ਮੀਤ ਚਲੋ ਗੁਰ ਚਾਲੇ। ਹੇ ਗੁਰਸਿੱਖ ਮਿੱਤਰੋ, ਗੁਰੂ ਦੀ ਚਾਲ ਚੱਲੋ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਦੋਂ ਇਹ ਬੁੱਧ ਲੈ ਲਵਾਂਗੇ ਨਾ, ਜਦੋਂ ਇਹ ਸੋਝੀ ਲੈ ਲਵਾਂਗੇ ਵੀ ਜੋ ਮੇਰਾ ਗੁਰੂ ਕਹੇਗਾ ਮੈਂ ਉਸ ਅਨੁਸਾਰ ਚੱਲਣਾ, ਤੇ ਫਿਰ ਕੀ ਹੋਏਗਾ? ਤੰਤ ਕੋ ਪਰਮ ਤੰਤ ਮਿਲਿਆ, ਨਾਨਕਾ ਬੁੱਧ ਪਾਈ। ਤੋ ਸਾਧ ਸੰਗਤ, ਇਹ ਉਪਦੇਸ਼ ਸ਼ਬਦ ਦਾ ਸਾਡੇ ਹਿਰਦਿਆਂ ਦਾ ਸ਼ਿੰਗਾਰ ਬਣੇ। ਵੱਧ ਤੋਂ ਵੱਧ ਬਾਣੀ ਨਾਲ ਜੁੜੀਏ। ਇਸ ਬਿਖਮ ਸਮੇਂ ਵਿੱਚ, ਇਸ ਸੰਸਾਰ ਦੀ ਅੱਤ ਦੇ ਇਸ ਦੁਖਦਾਈ ਸਮੇਂ ਵਿੱਚ ਨਾਮ ਹੀ ਇੱਕ ਆਸਰਾ, ਬਾਣੀ ਹੀ ਇੱਕ ਆਸਰਾ, ਜਿਹੜੀ ਸਾਡੀ ਜ਼ਿੰਦਗੀ ਨੂੰ ਸ਼ਾਂਤੀ ਤੇ ਸੁੱਖ ਬਖਸ਼ ਸਕਦੀ ਹੈ। ਇਸ ਲਈ ਭਾਈ ਆਓ ਵੱਧ ਤੋਂ ਵੱਧ ਬਾਣੀ ਦੇ ਗਿਆਨ ਨਾਲ ਜੁੜੀਏ, ਗੁਰੂ ਦੇ ਚਰਨਾਂ 'ਚ ਆਈਏ, ਤਾਂ ਕਿ ਸਾਡੇ ਇਹ ਲੋਕ ਅਤੇ ਪਰਲੋਕ ਦੋਨੋਂ ਸੁਹੇਲੇ ਹੋ ਸਕਣ। ਸਤਿਗੁਰੂ ਕਿਰਪਾ ਕਰਨ ਜੀ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਧੰਨਵਾਦ ਹੈ, ਕੋਟਨ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ, ਤੇ ਇੱਥੋਂ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ, ਤੇ ਸਮੂਹ ਸਟਾਫ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਸਤਿਗੁਰੂ ਸਭਨਾਂ ਤੇ ਕਿਰਪਾ ਕਰਨ। ਇੰਨੀਆਂ ਕੁ ਵਿਚਾਰਾਂ ਦੀ ਪ੍ਰਵਾਨਗੀ ਦਿੰਦਿਆਂ ਦਿਓ ਅਸੀਸ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।